नाम की थोड़ा हाँ जी, मेरा नाम सांझ है जी। की होया की है सर इस रोड ਤੇ ਇੰਨੀ ਕੀ ਪਰੇਸ਼ਾਨੀ ਹੈ ਜੀ, ਕਦੀ ਕੋਈ ਗੱਡੀਆਂ ਵਗੈਰਾ ਤਾਂ ਰੁਕਦੇ ਨਹੀਂ ਪਏ, ਰੋਡ ਦਾ ਬਣਨ ਦੇ ਚਾਂਸਿਸ ਨਹੀਂ ਹੈ, ਕੋਈ ਟਰਾਲੀਆਂ ਵਗੈਰਾ ਦੇ ਮਲਬਾ ਸੁੱਟ ਜਾਂਦੇ ਆ, ਜਿਸ ਕਾਰਨ ਸ਼ੌਪ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਜੀ। ਇਹ ਸ਼ੀਸ਼ਾ ਜਿਹੜਾ ਦਿੱਤਾ ਕਿਸ ਤਰੀਕੇ ਨਾਲ ਦਿੱਤਾ ਇੱਥੋਂ ਗੱਡੀਆਂ ਹੈਵੀ ਨਿਕਲਣ ਦੇ ਕਾਰਨ ਜੀ ਰੋਡ ਵਗੈਰਾ ਡੈਮੇਜ ਵਗੈਰਾ ਹੁੰਦੇ, ਡਸਟ ਵਗੈਰਾ ਪੈਂਦੀ ਪਈ ਹੈ, ਬੱਟੇ ਵਗੈਰਾ ਵੱਜਣ ਕਰਕੇ ਹੋਇਆ ਸਾਰਾ। ਜਿਹੜਾ ਰੋਡ ਤੇ ਮਲਬਾ ਪਿਆ ਵਾ ਇਹ ਕਿੰਨਾ ਕੋਲ ਸੁੱਟਿਆ ਗਿਆ ਇਹ ਜਿੱਦਾਂ ਆਉਂਦੇ ਜਾਂਦੀਆਂ ਟਰਾਲੇ ਜਿਹੜੇ ਮਲਬਾ ਲੈ ਕੇ ਜਾਂਦੇ ਨੇ, ਉਹ ਰਸਤੇ 'ਚ ਟੋਏ ਦੇਖ ਕੇ ਸੁੱਟ ਜਾਂਦੇ ਨੇ, 1.5 ਫੁੱਟ ਦੇ ਜਿਹੜੇ ਟੋਏ ਬਣੇ ਹੋਏ ਨੇ ਉਹ ਸਾਰੇ ਸੁੱਟ ਜਾਂਦੇ ਨੇ, ਜਿਸ ਕਾਰਨ ਮਲਬਾ ਸੁੱਟਿਆ ਜਾਂਦਾ ਹੈ ਤਾਂ ਰੋਕਿਆ ਨਹੀਂ ਜਾਂਦਾ ਜਦੋਂ ਰੋਕਿਆ ਜਾਂਦਾ ਹੈ ਹੁਣ ਤੱਕ ਸਵੇਰੇ ਤਾਂ ਕੋਈ ਸੁੱਟਦਾ ਨਹੀਂ, ਸ਼ਾਮ ਕੇ ਵੇਲੇ ਸੁੱਟ ਕੇ ਰਾਤੀ ਜਾਂਦੇ ਨੇ, 9-10 ਵਜੇ ਸੁੱਟ ਕੇ ਨਿਕਲ ਜਾਂਦੇ ਨੇ ਜੀ। ਉਹਨਾਂ ਦਾ ਕੋਈ ਕੰਪਲੀਟ ਵੇ ਸੀ ਨਹੀਂ ਉਹਨਾਂ ਦੇ ਨਹੀਂ, ਅਜੇ ਕੱਲ ਪਰਸੋਂ ਛੁੱਟਿਆ ਹੋਇਆ, ਜਿੰਨਾ ਕਰਕੇ ਅਸੀਂ ਅੱਜ ਦੇਖਿਆ ਤੇ ਇਸ ਕਾਰਨ ਦੇ ਕਰਕੇ ਸਾਡਾ ਜੋ ਨੁਕਸਾਨ ਹੋ ਰਿਹਾ, ਪਹਿਲਾਂ ਸਾਰੀ ਫਰੰਟ ਭੰਨਿਆ ਜਾਂਦਾ ਕਦੀ ਹੈਵੀ ਗੱਡੀਆਂ ਕਾਰਨ, ਉਸ ਕਰਕੇ ਜਿਸ ਕਰਕੇ ਮਾਰਕੀਟ ਸਾਰੀ ਪਰੇਸ਼ਾਨ ਹੈ ਕਿ ਟ੍ਰੈਫਿਕ ਜਾਮ ਹੁੰਦਾ ਹੈ, ਇਸ ਕਰਕੇ ਬੱਟੇ ਬੁੱਟੇ ਬਹੁਤ ਜ਼ਿਆਦਾ ਟੋਏ ਭਰੇ ਹੋਏ ਨੇ, ਕੋਈ ਐਕਸੀਡੈਂਟ ਹੁੰਦਾ ਨਿਤ ਨਵੀਂ ਲੜਾਈ ਹੁੰਦੀ ਹੈ ਜੀ। ਤੇ ਅੱਜ ਕਾਉਂਸਲਰ ਸਾਹਿਬਾਨ ਨਾਲ ਗੱਲ ਕੀਤੀ ਸੀਗੀ, ਉਹਨਾਂ ਨੇ ਸੋਮਵਾਰ ਦਾ ਭਰੋਸਾ ਜਤਾਇਆ ਕਿ ਇਹ ਕਲੀਅਰ ਕਰਾਇਆ ਜਾਊਗਾ। ਸੜਕ ਬਣੇਗੀ ਤੁਸੀਂ ਸੜਕ ਨਹੀਂ, ਉਹਨਾਂ ਨੇ ਕਿਹਾ ਸੀ ਵੀ ਇਹ ਸਾਰਾ ਚੁਕਾ ਕੇ ਆਪਾਂ ਜੋ ਜਈ ਸਾਹਿਬ ਹੋਣਗੇ ਉਹ ਕਲੀਅਰ ਕਰਾ ਦੇਣਗੇ ਸਾਰਾ ਜੀ। ਜਿੰਨਾ ਮਲਬਾ ਚੁਕਾਇਆ ਜਾਏਗਾ ਉਹ ਸੜਕ ਨਹੀਂ ਬਣੇਗੀ। ਨਹੀਂ ਸੜਕ ਦਾ ਅਜੇ ਕੁਛ ਇਹਨਾਂ ਨਾਲ ਗੱਲ ਨਹੀਂ ਹੋਈ ਜੀ ਆਪਣੇ। ਤੁਸੀਂ ਮਾਰਕੀਟ ਵੱਲੋਂ ਆਪਣੇ ਵੱਲੋਂ ਕਿਸੇ ਨੂੰ ਉੱਚੀ ਕਰਨ ਮਿਲੇ ਨਹੀਂ ਕਾਰਪੋਰੇਸ਼ਨ ਦੇ ਵਿੱਚ ਨਹੀਂ ਅਜੇ ਅੱਜ ਹੀ ਮਾਰਨਿੰਗ ਆਪਾਂ ਆਏ ਸੀਗੇ, ਦੇਖਿਆ ਤੇ ਬਲਾਸਟ ਹੋਇਆ ਪਿਆ, ਵੱਟੇ ਵੱਜੇ ਨੇ ਜਦੋਂ ਉੱਤੇ, ਤੇ ਟ੍ਰੈਫਿਕ ਨਾਲ ਹੈਵੀ ਗੱਡੀਆਂ ਕਰਕੇ ਨਾ ਜਿਹੜੇ ਵੱਟੇ ਮਲਬੇ ਦੇ ਵੱਜੇ ਨੇ। ਤਾਂ ਤੇ ਨੁੱਕਰ ਦੇ ਵਿੱਚ ਵੀ ਉਹ ਦੇਖੋ ਸਾਰਾ 3 ਵਾਰੀ ਆਪਾਂ ਸਹੀ ਕਰਾ ਚੁੱਕੇ ਆ, 3 ਵਾਰੀ ਪੈਸੇ ਲਾ ਚੁੱਕੇ ਆ, ਪਰ ਬਾਰ-ਬਾਰ ਇਹੀ ਨੁਕਸਾਨ ਹੋ ਰਿਹਾ। ਅੱਛਾ ਜੀ ਤੇ ਤੁਸੀਂ ਜਦੋਂ ਤੁਹਾਡਾ ਨੁਕਸਾਨ ਹੁੰਦਾ ਵਾ ਤੇ ਤੁਸੀਂ ਆਪਣੇ ਜਿਹੜਾ ਕਾਉਂਸਲਰ ਲਾਗੇ ਦੇ ਹੈਗੇ ਆ ਜਾਂ ਕੋਈ ਮਾਰਕੀਟ ਕਮੇਟੀ ਹੈ, ਤੁਸੀਂ ਉਹਨਾਂ ਨਾਲ ਕੋਈ ਡਿਸਕਸ ਕਰਕੇ ਕੋਈ ਕੰਪਲੇਂਟ ਵਗੈਰਾ ਨਹੀਂ ਚਾਹੀਦਾ? ਸਰ ਕਾਫੀ ਮੀਟਿੰਗਸ ਹੁੰਦੀਆਂ ਨੇ, ਕਾਫੀ ਵਾਰ ਹੋਏ ਨੇ, ਤੇ ਕੋਈ ਇੱਦਾਂ ਦੇ ਚਾਂਸਿਸ ਹੋਏ ਨਹੀਂ ਹੈ ਵੀ ਸੁਣਵਾਈ ਨਹੀਂ ਕੋਈ ਇੱਦਾਂ ਦੀ ਹੈ ਵੀ ਕੋਈ ਇੰਨੀ ਕੋਈ ਨਹੀਂ। ਮਾਰਕੀਟ ਸਾਰੇ ਮੰਦਿਰ ਦੇ ਪੰਡਤ ਜੀ ਵੀ ਨੇ, ਇਹ ਵੀ ਬਹੁਤ ਦਿੱਕਤ ਆ ਰਹੀ ਉਹਨਾਂ ਨੂੰ, ਸਾਰੇ ਕਦੀ ਸੀਵਰੇਜ ਭਰ ਰਹੇ ਨੇ, ਕਦੀ ਰੋਡ ਕਰਕੇ ਕੋਈ ਸੁਣਵਾਈ ਨਹੀਂ ਹੈਗੀ ਜੀ। ਜਿਹਦਾ ਕੋਈ ਇੱਥੇ ਕਾਉਂਸਲਰ ਕੌਣ ਹੈਗਾ, ਆਮ ਆਦਮੀ ਪਾਰਟੀ ਦਾ ਕਿ ਜਾਂ ਕੋਈ ਹੋਰ ਸਰਕਾਰ ਤੋਂ? ਨਹੀਂ ਸਰ ਕਾਂਗਰਸ ਦੇ ਨੇ, ਕਹਿੰਦੇ ਹਰਸ਼ਰਨ ਕੌਰ ਹੈਪੀ ਜੀ, ਉਹਨਾਂ ਨਾਲ ਮਾਰਨਿੰਗ ਗੱਲ ਹੋਈ ਸੀ ਤੇ ਉਹ ਕਹਿੰਦੇ ਸੀ ਮੰਡੇ ਤੱਕ ਸਾਰਾ ਕਲੀਅਰ ਕਰਾ ਦੇਵਾਂਗੇ ਜੀ, ਉਹਨਾਂ ਨੇ ਭਰੋਸਾ ਜਤਾਇਆ ਸਾਨੂੰ। ਗੱਲਬਾਤ ਨਹੀਂ ਹੋਈ? ਨਹੀਂ ਅੱਜ ਫਸਟ ਟਾਈਮ ਹੀ ਹੋਇਆ ਜੀ, ਮੈਂ ਮਾਰਨਿੰਗ ਜਦੋਂ ਆਇਆ ਤੇ ਆ ਬਲਾਸਟ ਹੋਇਆ ਪਿਆ ਸੀਗਾ ਜੀ। ਕੀ ਮੰਗ ਮੰਗਦੇ ਹੋ ਪ੍ਰਸ਼ਾਸਨ ਤੋਂ, ਜਿੱਦਾਂ ਕਿ ਨਾਕਾਮੀ ਦਿਖਾਈ ਜਾ ਰਹੀ ਹੈ ਕਾਰਪੋਰੇਸ਼ਨ ਰੋਡ ਬਣਾਈ ਜਾਏ ਨਹੀਂ ਬਣੀ, ਇੰਨੇ ਟਾਈਮ ਤੋਂ ਨਹੀਂ ਬਣੀ ਹੈ। ਪਹਿਲਾਂ ਲਦੀਪੁਰ ਦਾ ਰੌਲਾ ਸੀਗਾ ਕਿ ਉਹ ਹਟਾਇਆ ਜਾਏਗਾ, ਉਹ ਹਟਾ ਦਿੱਤਾ ਗਿਆ, ਉਸ ਤੋਂ ਬਾਅਦ ਪਾਈਪਲਾਈਨ ਪੈ ਰਹੀ ਹੈ, ਨਾ ਕੋਈ ਸੜਕ ਦਾ ਧਿਆਨ ਦਿੱਤਾ ਜਾ ਰਿਹਾ, ਕਿਸ ਤਰੀਕੇ ਨਾਲ ਦੇ ਦਿਓ? ਅਸੀਂ ਚਾਹੁੰਦੇ ਹਾਂ ਕਿ ਰੋਡਸ ਕਲੀਅਰ ਕੀਤਾ ਜਾਵੇ, ਰੋਡ ਬਣਾਇਆ ਜਾਵੇ, ਜਿਹਦੇ ਕਿ ਮਾਰਕੀਟ ਨੂੰ ਰਾਹਤ ਆਵੇ ਥੋੜੀ ਜਿਹੀ। ਸੀਵਰੇਜ ਠੀਕ ਕੀਤੇ ਜਾਣ, ਪਾਣੀ ਦੀ ਬੜੀ ਸਮੱਸਿਆ ਆਉਂਦੀ ਪਈ ਹੈ, ਇਸ ਕਰਕੇ ਕਿ ਜਦੋਂ ਇਕੱਠੇ ਨੂੰ ਚਿੱਕੜ ਹੋਣ ਕਰਕੇ ਸਾਰਾ ਕੋਈ ਗਿਰਦਾ ਹੈ ਨੀਚੇ, ਬਜ਼ੁਰਗ ਗਿਰਦੇ ਨੇ, ਮੰਦਿਰ ਤੋਂ ਆਉਂਦੇ ਜਾਂਦੀ ਸੰਗਤ ਪਰੇਸ਼ਾਨੀ ਚ ਆਉਂਦੀ ਹੈ ਜੀ, ਉਸ ਕਰਕੇ ਜੀ। मेरा नाम विनोद शास्त्री, GTB नगर 812 राम मंदिर का पुजारी जी। यहाँ आए दिन परेशानियाँ रोड की वजह से होती रहती हैं, रोड में गड्ढे हैं, लोग बाग मंदिर आने जाने में परेशानी होती है, सीवर भर जाता है तो इसके गड्ढे होते हैं, ये गिरते रहते हैं। कई बार GI साहब से कहा हुआ है, कई बार जाकर के कारपोरेशन से बात की हुई है, बोले जी हो जाएगा ऐसे बस काम कर देते राम राम, बल्कि मीठी गोली दे के भेज देती हैं, बस काम कुछ नहीं होता है। अभी देखो सीवर के गड्ढे हैं, जाकर के कई बार जाकर लाइन जाम हो जाती है, गर्मी है तो सर्दियों में तो जाकर के आए दिन भरे रहता है, और जाकर ये बड़े बड़े गड्ढे हैं, लोग बाग आने जाने में परेशानी होती है, गिर जाते हैं। गाड़ियाँ हैं तो गाड़ियाँ रोज़ गिरती हैं, निकलने जाने में सबको परेशानियाँ हैं। जो कारपोरेशन अधिकारियों वालों से GI से एक बार नहीं कई बार कह चुका हूँ, कई बार कह चुका हूँ, बोले हाँ जी कराते हैं, थोड़ी सर्दियाँ निकले तो कराते हैं, सर्दियाँ निकले तो कराते हैं। सर्दियाँ निकलने के बाद जाकर गड्ढों में मिट्टियाँ ट्रालियों को डाल दी, अपना आगे कुछ नहीं सुनाई, कोई सुनवाई। कैसे देखते हो कि अगर आप MC से मिलते हो या कारपोरेशन अधिकारियों से मिलते हो, आपसे बात करते हैं, वो मीटिंग मिलने के बाद बोले हाँ जी काम चल रहा है, बस करा देते हैं बस चेक करा देते हैं, बस करा देते हैं, चल रहा है और कुछ नहीं आगे। मीठी गोली दे के भेज देते हैं, बस यही चल रहा है सबका। तो क्या मांग हैप्पी जी से कई बार कहा, उनने गाड़ी भेज करके सीवर साफ करा दिया, वैसे उसी समय चालू किया, दूसरे दिन तीसरे दिन फिर बंद हो जाता है। वो स्थिति कौन है? जो यहाँ की काउंसलर है, हाँ जी, तो वो गाड़ी भेजती करा देती हैं, 1-2 दिन चलता है, फिर वही जो स्थिति हो जाती है। पूरी तरह से साफ हो सीवर, फिर ये रोड बने तो आगे चले। कई बार यहाँ पे मीटिंगें भी काफ़ी हुई है, काफ़ी पार्टी मीटिंग चलती रहती है, तो काम आते हैं, बोले चलो संगत की आवश्यकता है तो मीटिंग चलती है, बाकी फिर राम राम हो जाता है और क्या है, बल्कि राम राम ही करके राम राम ही चलता है, कोई काम नहीं हो रहा है। काम नहीं, कुछ नहीं हो रहा। काम हो रहा हो तो तुझे क्या परेशानी होती, तो रोज आए दिन जाकर पत्थर जाकर छिटक के लगते हैं, ये नुकसान हो रहा है। कई बार एक्सीडेंट हो जाते हैं, बुजुर्ग लोग बाग बेचारे निकल नहीं पाते, मंदिर से रोड क्रॉस नहीं कर पाते,
जैसे कि जो हालात सड़क पे दिख रहे हैं, हाँ जी। ऐसे कोई बुजुर्ग अगर जिनसे ना कंट्रोल हो तो उनके चोट एक्सीडेंट होता है, कई बार जाकर के लग गया है, बुजुर्गों को पकड़ा हुआ, कई बार होता है ऐसे। तो इसके जिम्मेवार कौन है? जो जिम्मेवार यहाँ की सरकार है, यहाँ की सरकार है। सरकार तो बोलती है कि हम किसी को कोई दिक्कत परेशानी नहीं आने देंगे, तो बट इसीलिए तो जाकर के है, सरकार बोलती है ना। आकर देखे जब पता चले सरकार को काफी ये मीडिया स्थितियां नहीं ये स्थितियां हैं, सरकार देखे ना, ये सरकार जाकर देखे, वहाँ बोलती मेरा सरकार ना कि आने नहीं देंगे स्थितियां तो सामने आकर के देखा पता चलेगा क्या स्थितियां हैं। सरकार तो बोलती है हमने बहुत काफी काम करवाया है, सारा कुछ करवाया। कराया तो यही तो काम कराया, यही तो स्थिति आप देख लो, दिखाओ इनको, ये सब काम तो है। अब बताओ, ये कॉलोनी के रोड पर जाकर के मेन रोड के वाहन चलते हैं, क्या होंगे? अब ना इसमें बच्चे निकल पाते ना बुजुर्ग निकल पाते हैं। अब ये कोई आम रोड तो नहीं है जो गाड़ियां निकले, जो कॉलोनी के रास्ता है, कॉलोनी के रोड पर अगर ये स्थितियां हैं गाड़ियों की, तो बताओ क्या होगी स्थिति। भाजी की नाम है ਤੁਹਾਡਾ? हाँ जी, मेरा नाम सांझ है जी। ਕੀ ਹੋਇਆ ਕੀ ਹੈ ਭਾਜੀ? ਸਰ ਇਸ ਰੋਡ ਤੇ ਇੰਨੀ ਕੀ ਪਰੇਸ਼ਾਨੀ ਹੈ ਜੀ, ਕਦੀ ਕੋਈ ਗੱਡੀਆਂ ਵਗੈਰਾ ਤਾਂ ਰੁਕਦੇ ਨਹੀਂ ਪਏ, ਰੋਡ ਦਾ ਬਣਦੇ ਚਾਂਸਿਸ ਨਹੀਂ ਹੈ, ਕੋਈ ਟਰਾਲੀਆਂ ਵਗੈਰਾ ਦੇ ਮਲਬਾ ਸੁੱਟ ਜਾਂਦੇ ਆ, ਜਿਸ ਕਾਰਨ ਸ਼ੌਪ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਜੀ। ਇਹ ਸ਼ੀਸ਼ਾ ਜਿਹੜਾ ਦਿੱਤਾ ਕਿਸ ਤਰੀਕੇ ਨਾਲ ਦਿੱਤਾ? ਇੱਥੋਂ ਗੱਡੀਆਂ ਹੈਵੀ ਨਿਕਲਣ ਦੇ ਕਾਰਨ ਜੀ ਰੋਡ ਵਗੈਰਾ ਡੈਮੇਜ ਵਗੈਰਾ ਹੁੰਦੇ, ਡਸਟ ਵਗੈਰਾ ਪੈਂਦੀ ਪਈ ਹੈ, ਬੱਟੇ ਵਗੈਰਾ ਵੱਜਣ ਕਰਕੇ ਹੋਇਆ ਸਾਰਾ। ਜਿਹੜਾ ਰੋਡ ਤੇ ਮਲਬਾ ਪਿਆ ਵਾ, ਇਹ ਕਿੰਨਾ ਕੋਲ ਸੁੱਟਿਆ ਗਿਆ ਹੈ? ਇਹ ਜਿੱਦਾਂ ਆਉਂਦੇ ਜਾਂਦੀਆਂ ਟਰਾਲੇ ਜਿਹੜੇ ਮਲਬਾ ਲੈ ਕੇ ਜਾਂਦੇ ਨੇ, ਉਹ ਰਸਤੇ 'ਚ ਟੋਏ ਦੇਖ ਕੇ ਸੁੱਟ ਜਾਂਦੇ ਨੇ, 1.5 ਫੁੱਟ ਦੇ ਜਿਹੜੇ ਟੋਏ ਬਣੇ ਹੋਏ ਨੇ ਉਹ ਸਾਰੇ ਸੁੱਟ ਜਾਂਦੇ, ਜਿਸ ਕਾਰਨ ਇਹ ਮਲਬਾ ਸੁੱਟਿਆ ਜਾਂਦਾ ਹੈ, ਘੱਟੋ ਰੋਕਿਆ ਨਹੀਂ ਜਾਂਦਾ? ਜਦੋਂ ਰੋਕਿਆ ਜਾਂਦਾ ਹੈ, ਹੁਣ ਤੱਕ ਸਵੇਰੇ ਤਾਂ ਕੋਈ ਸੁੱਟਦਾ ਨਹੀਂ, ਸ਼ਾਮ ਕੇ ਵੇਲੇ ਸੁੱਟ ਕੇ ਰਾਤੀ ਜਾਂਦੇ ਨੇ, 9-10 ਵਜੇ ਸੁੱਟ ਕੇ ਨਿਕਲ ਜਾਂਦੇ ਨੇ ਜੀ। ਉਹਨਾਂ ਦਾ ਕੋਈ ਕੰਪਲੀਟ ਵੇ ਸੀ? ਨਹੀਂ, ਉਹਨਾਂ ਦੇ ਨਹੀਂ, ਅਜੇ ਕੱਲ ਪਰਸੋਂ ਛੁੱਟਿਆ ਹੋਇਆ, ਜਿੰਨਾ ਕਰਕੇ ਅਸੀਂ ਅੱਜ ਦੇਖਿਆ, ਤੇ ਇਸ ਕਾਰਨ ਦੇ ਕਰਕੇ ਸਾਡਾ ਜੋ ਨੁਕਸਾਨ ਹੋ ਰਿਹਾ, ਪਹਿਲਾਂ ਸਾਰੀ ਫਰੰਟ ਭੰਨਿਆ ਜਾਂਦਾ, ਕਦੀ ਹੈਵੀ ਗੱਡੀਆਂ ਕਾਰਨ ਉਸ ਕਰਕੇ, ਜਿਸ ਕਰਕੇ ਮਾਰਕੀਟ ਸਾਰੀ ਪਰੇਸ਼ਾਨ ਹੈ ਕਿ ਟ੍ਰੈਫਿਕ ਜਾਮ ਹੁੰਦਾ ਹੈ, ਇਸ ਕਰਕੇ ਬੱਟੇ ਬੁੱਟੇ ਬਹੁਤ ਜ਼ਿਆਦਾ ਟੋਏ ਭਰੇ ਹੋਏ ਨੇ, ਕੋਈ ਐਕਸੀਡੈਂਟ ਹੁੰਦਾ, ਨਿਤ ਨਵੀਂ ਲੜਾਈ ਹੁੰਦੀ ਹੈ ਜੀ। ਤੇ ਅੱਜ ਕੌਂਸਲਰ ਸਾਹਿਬਾਨ ਨਾਲ ਗੱਲ ਕੀਤੀ ਸੀਗੀ, ਉਹਨਾਂ ਨੇ ਸੋਮਵਾਰ ਦਾ ਭਰੋਸਾ ਜਤਾਇਆ ਕਿ ਇਹ ਕਲੀਅਰ ਕਰਾਇਆ ਜਾਊਗਾ। ਸੜਕ ਬਣੇਗੀ? ਤੁਸੀਂ ਪਹਿਲਾਂ ਸੜਕ ਨਹੀਂ, ਉਹਨਾਂ ਨੇ ਕਿਹਾ ਸੀ ਵੀ ਇਹ ਸਾਰਾ ਚੁਕਾ ਕੇ ਆਪਾਂ ਜੋ ਜਈ ਸਾਹਿਬ ਹੋਣਗੇ ਉਹ ਕਲੀਅਰ ਕਰਾ ਦੇਣਗੇ ਸਾਰਾ ਜੀ। ਜਿੰਨਾ ਮਲਬਾ ਚੁਕਾਇਆ ਜਾਏਗਾ, ਉਹ ਸੜਕ ਨਹੀਂ ਬਣੇਗੀ? ਨਹੀਂ, ਸੜਕ ਦਾ ਅਜੇ ਕੁਛ ਇਹਨਾਂ ਨਾਲ ਗੱਲ ਨਹੀਂ ਹੋਈ ਜੀ ਤੇ ਆਪਣੀ। ਤੁਸੀਂ ਮਾਰਕੀਟ ਵੱਲੋਂ ਆਪਣੇ ਵੱਲੋਂ ਕਿਸੇ ਨੂੰ ਉੱਚਿਤ ਕਰਨ ਮਿਲੇਗੀ ਕਾਰਪੋਰੇਸ਼ਨ ਦੇ ਵਿੱਚ? ਨਹੀਂ, ਅਜੇ ਅੱਜ ਹੀ ਮਾਰਨਿੰਗ ਆਪਾਂ ਆਏ ਸੀਗੇ, ਦੇਖਿਆ ਤੇ ਬਲਾਸਟ ਹੋਇਆ ਪਿਆ, ਵੱਟੇ ਵੱਜੇ ਨੇ ਜਦੋਂ ਉੱਤੇ, ਤੇ ਟ੍ਰੈਫਿਕ ਨਾਲ ਹੈਵੀ ਗੱਡੀਆਂ ਕਰਕੇ ਨਾ ਜਿਹੜੇ ਵੱਟੇ ਮਲਬੇ ਦੇ ਵੱਜੇ ਨੇ, ਤਾਂ ਤੇ ਨੁੱਕਰ ਦੇ ਵਿੱਚ ਵੀ ਉਹ ਦੇਖੋ ਸਾਰਾ 3 ਵਾਰੀ ਆਪਾਂ ਸਹੀ ਕਰਾ ਚੁੱਕੇ ਆ, 3 ਵਾਰੀ ਪੈਸੇ ਲਾ ਚੁੱਕੇ ਆ, ਪਰ ਬਾਰ-ਬਾਰ ਇਹੀ ਨੁਕਸਾਨ ਹੋ ਰਿਹਾ। ਅੱਛਾ ਜੀ। ਤੇ ਤੁਸੀਂ ਜਦੋਂ ਤੁਹਾਡਾ ਨੁਕਸਾਨ ਹੁੰਦਾ ਵਾ ਤੇ ਤੁਸੀਂ ਆਪਣੇ ਜਿਹੜੇ ਕਾਉਂਸਲਰ ਲੱਗੇ ਦੇ ਹੈਗੇ ਆ ਜਾਂ ਕੋਈ ਮਾਰਕੀਟ ਕਮੇਟੀ ਹੈ, ਤੁਸੀਂ ਉਹਨਾਂ ਨਾਲ ਕੋਈ ਡਿਸਕਸ ਕਰਕੇ ਕੋਈ ਕੰਪਲੇਂਟ ਵਗੈਰਾ? ਸਰ ਕਾਫੀ ਮੀਟਿੰਗਸ ਹੁੰਦੀਆਂ ਨੇ, ਕਾਫੀ ਵਾਰ ਹੋਏ ਨੇ, ਤੇ ਕੋਈ ਇਦਾਂ ਦੇ ਚਾਂਸਿਸ ਹੋਏ ਨਹੀਂ ਆ ਵੀ ਸੁਣਵਾਈ ਨਹੀਂ ਕੋਈ ਇਦਾਂ ਦੀ ਹੈ ਵੀ ਕੋਈ ਇੰਨੀ ਕੋਈ ਨਹੀਂ। ਮਾਰਕੀਟ ਸਾਰੇ ਮੰਦਿਰ ਦੇ ਪੰਡਤ ਜੀ ਵੀ ਨੇ, ਇਹ ਵੀ ਬਹੁਤ ਦਿੱਕਤ ਆ ਰਹੀ ਉਹਨਾਂ ਨੂੰ, ਸਾਰੇ ਕਦੀ ਸੀਵਰੇਜ ਭਰ ਰਹੇ ਨੇ, ਕਦੀ ਰੋਡ ਕਰਕੇ ਕੋਈ ਸੁਣਵਾਈ ਨਹੀਂ ਹੈਗੀ ਜੀ। ਜਿਹਦਾ ਕੋਈ ਇੱਥੇ ਕਾਉਂਸਲਰ ਕੌਣ ਹੈਗਾ, ਆਮ ਆਦਮੀ ਪਾਰਟੀ ਦਾ ਕਿ ਜਾਂ ਕੋਈ ਹੋਰ ਸਰਕਾਰ ਤੋਂ? ਨਹੀਂ, ਕਾਂਗਰਸ ਦੇ ਨੇ, ਕਹਿੰਦੇ ਹਰਸ਼ਰਨ ਕੌਰ ਹੈਪੀ ਜੀ, ਉਹਨਾਂ ਨਾਲ ਮਾਰਨਿੰਗ ਗੱਲ ਹੋਈ ਸੀ ਤੇ ਉਹ ਕਹਿੰਦੇ ਸੀ ਮੰਡੇ ਤੱਕ ਸਾਰਾ ਕਲੀਅਰ ਕਰਾ ਦੇਵਾਂਗੇ ਜੀ, ਉਹਨਾਂ ਨੇ ਭਰੋਸਾ ਜਤਾਇਆ ਕੋਈ ਸਾਨੂੰ। ਗੱਲਬਾਤ ਨਹੀਂ ਹੋਈ? ਨਹੀਂ, ਅੱਜ ਫਸਟ ਟਾਈਮ ਹੀ ਹੋਇਆ ਜੀ, ਮੈਂ ਮਾਰਨਿੰਗ ਜਦੋਂ ਆਇਆ ਤੇ ਆ ਬਲਾਸਟ ਹੋਇਆ ਪਿਆ ਸੀਗਾ ਜੀ। ਕੀ ਮੰਗ ਮੰਗਦੇ ਹੋ ਪ੍ਰਸ਼ਾਸਨ ਤੋਂ? ਜਿੱਦਾਂ ਕਿ ਨਾਕਾਮੀ ਦਿਖਾਈ ਜਾ ਰਹੀ ਹੈ ਕਾਰਪੋਰੇਸ਼ਨ रोड बनाई जाएगी, ਨਹੀਂ ਬਣੀ, ਇੰਨੇ ਟਾਈਮ ਤੋਂ ਨਹੀਂ ਬਣੀ ਹੈ। ਪਹਿਲਾਂ ਲਖਬੀਰਪੁਰ ਦਾ ਰੌਲਾ ਸੀਗਾ ਕਿ ਉਹ ਹਟਾਇਆ ਜਾਏਗਾ, ਉਹ ਹਟਾ ਦਿੱਤਾ ਗਿਆ, ਉਸ ਤੋਂ ਬਾਅਦ ਪਾਈਪਲਾਈਨ ਪੈ ਰਹੀ ਹੈ, ਨਾ ਕੋਈ ਸੜਕ ਦਾ ਧਿਆਨ ਦਿੱਤਾ ਜਾ ਰਿਹਾ, ਕਿਸ ਤਰੀਕੇ ਨਾਲ ਦੇ ਦਿਓ? ਅਸੀਂ ਚਾਹੁੰਦੇ ਹਾਂ ਕਿ ਰੋਡਸ ਕਲੀਅਰ ਕੀਤਾ ਜਾਵੇ, ਰੋਡ ਬਣਾਇਆ ਜਾਵੇ, ਥੋੜੀ ਜਿਹੀ ਤੱਕ ਮਾਰਕੀਟ ਨੂੰ ਰਾਹਤ ਆਵੇ, ਥੋੜੀ ਜਿਹੀ ਸੀਵਰੇਜ ਠੀਕ ਕੀਤੇ ਜਾਣ, ਪਾਣੀ ਦੀ ਬੜੀ ਸਮੱਸਿਆ ਆਉਂਦੀ ਪਈ ਹੈ, ਇਸ ਕਰਕੇ ਕਿ ਜਦੋਂ ਇਕੱਠੇ ਨੂੰ ਚਿੱਕੜ ਹੋਣ ਕਰਕੇ ਸਾਰਾ ਕੋਈ ਗਿਰਦਾ ਹੈ ਨੀਚੇ, ਬਜ਼ੁਰਗ ਗਿਰਦੇ ਨੇ, ਮੰਦਿਰ ਤੋਂ ਆਉਂਦੇ ਜਾਂਦੀ ਸੰਗਤ ਪਰੇਸ਼ਾਨੀ 'ਚ ਆਉਂਦੀ ਹੈ ਜੀ, ਉਸ ਕਰਕੇ ਜੀ। मेरा नाम विनोद शास्त्री, GTB नगर 812 राम मंदिर का पुजारी। यहाँ आए दिन परेशानियाँ रोड की वजह से होती रहती हैं, रोड में गड्ढे हैं, लोग बाग मंदिर आने जाने में परेशानी होती है, सीवर भर जाता है तो इसके गड्ढे होते हैं, ये गिरते रहते हैं। कई बार GI साहब से कहा हुआ है, कई बार जाकर के कारपोरेशन से बात की हुई है, बोले जी हो जाएगा ऐसे बस काम कर देते, राम राम। की मीठी गोली दे के भेज देती हैं, बस काम कुछ नहीं होता है। अभी देखो सीवर के गड्ढे हैं, जाकर के कई बार जाकर लाइन जाम हो जाती है, गर्मी है तो सर्दियों में तो जाकर के आए दिन भरे रहता है, और जाकर ये बड़े बड़े गड्ढे हैं, लोग बाग आने जाने में परेशानी होती है, गिर जाते हैं, गाड़ियाँ हैं तो गाड़ियाँ की रोज गिरती हैं, निकलने जाने में सबको परेशानियाँ हैं।
जो कारपोरेशन अधिकारियों वालों से काफी GI से एक बार नहीं कई बार कह चुका हूँ, कई बार कह चुका हूँ। बोले हाँ जी कराते हैं, थोड़ी सर्दियाँ निकले तो कराते हैं, सर्दियाँ निकले तो कराते हैं। सर्दियाँ निकलने के बाद जाकर गड्ढों में मिट्टियाँ डाल ट्रालियों से डाल दी, अपना आगे कुछ नहीं सुनाई, कोई सुनवाई नहीं है। कोई सुनाई नहीं। कैसे देखते हो कि अगर आप किसी MC से मिलते हो या कारपोरेशन अधिकारियों से मिलते हो, आपसे बात करते हैं, वो मीटिंग मिलने के बाद बोले हाँ जी काम चल रहा है, बस करा देते हैं बस चेक करा देते हैं, बस करा देते हैं, चल रहा है और कुछ नहीं आगे। मीटिंग गोली देके भेज देते हैं बस और बस बस यही चल रहा है, यही चल रहा है सबका। तो क्या मांग हैप्पी जी से कई बार कहा, उनने गाड़ी भेज करके सीवर साफ करा दिया, वैसे उसी समय चालू किया, दूसरे दिन तीसरे दिन फिर बंद हो जाता है। वो हैप्पी जी स्थिति कौन है? जो यहाँ की काउंसलर है, यहाँ के काउंसलर? हाँ जी, अच्छा, तो वो गाड़ी भेजते हैं, गाड़ी भेजती करा देती हैं, 1-2 दिन चलता है, फिर वही जो स्थिति हो जाती है। पूरी तरह से साफ हो सीवर, फिर ये रोड बने तो आगे चले। कभी कई बार यहाँ पे मीटिंगें भी काफी हुई है, काफी पार्टी मीटिंग चलती रहती है, जो तो काम आते हैं, बोले चलो संगत की आवश्यकता है तो मीटिंग चलती है, बाकी फिर राम राम हो जाता है और क्या है। बल्कि राम राम ही करके राम राम ही चलता है, कोई काम नहीं हो रहा है। काम नहीं, कुछ नहीं हो रहा। काम हो रहा हो तो तुझे क्या परेशानी होती, तो रोज आए दिन आके पत्थर जाकर चिटक के लगते हैं, ये नुकसान हो रहा है। कई बार एक्सीडेंट हो जाते हैं, बुजुर्ग लोग बाग बेचारे निकल नहीं पाते, मंदिर से रोड क्रॉस नहीं कर पाते। जैसे कि जो हालात सड़क पे दिख रहे हैं, हाँ जी। ऐसे कोई बुजुर्ग अगर जिनसे ना कंट्रोल हो तो उनके चोट एक्सीडेंट होता है, कई बार जाकर के लग गया है, बुजुर्गों को पकड़ा हुआ, कई बार होता है ऐसे। तो इसके जिम्मेवार कौन है? जो जिम्मेवार यहाँ की सरकार है, यहाँ की सरकार है। सरकार तो बोलती है कि हम किसी को कोई दिक्कत परेशानी नहीं आने देंगे, तो बट इसीलिए तो जाकर के है सरकार बोलती है ना, आकर देखे जब पता चले सरकार को। काफी ये स्थितियाँ नहीं, ये स्थितियाँ हैं, सरकार देखे ना, ये सरकार जाकर देखे, वहाँ बोलती मेरा सरकार ना कि आने नहीं देंगे स्थितियाँ तो सामने आकर के देखा पता चलेगा क्या स्थितियाँ हैं। सरकार तो बोलती है हमने बहुत काफी काम करवाए हैं, सारा कुछ कराया, तो यही तो काम कराया, यही तो स्थिति आप देख लो, दिखाओ इनको, ये सब काम है तो है। अब बताओ, एक कॉलोनी के रोड पर जाकर के मेन रोड के वाहन चलते हैं, क्या होंगे? अब ना इसमें बच्चे निकल पाते, ना बुजुर्ग निकल पाते हैं। अब ये कोई आम रोड तो नहीं है जो गाड़ियाँ निकले, जो कॉलोनी की रास्ता है, कॉलोनी के रोड पर अगर ये स्थितियाँ हैं गाड़ियों की, तो बताओ क्या होगी स्थिति।